लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 498। ਹੁਣ तक 12 शब्द संपूर्ण होए ने। गूजरी महला पंजवा। दिन राती आराधो प्यारो, निमख न कीजै ढीला। संत सेवा कर भावनी लाइयै, त्याग मान हठीला। गूजरी महला पंजवा। दिन राती आराधो प्यारो, निमख न कीजै ढीला। संत सेवा कर भावनी लाइयै, संत सेवा कर भावनी लाइयै। त्याग मान हाठीला, त्याग मान हाठीला। गूजरी महला पंजवा। दिन राती आराधो प्यारो, निमख न कीजै ढीला। संत सेवा कर भावनी लाइयै, त्याग मान हाठीला। ਇੱਥੇ ਮਹਾਰਾਜ ਜੀ ਉਪਦੇਸ਼ ਦੇਣਾ ਕਰਦੇ ਨੇ ਪੰਚਮ ਪਾਤਸ਼ਾਹ ਕਿ ਦਿਨ ਰਾਤੀ ਆਰਾਧੋ ਪਿਆਰੋ। ਤੇ ਅਸੀਂ ਅਜੇ ਵੀ ਪੁੱਛੀ ਜਾਂਦੇ ਹਾਂ ਕਿ ਸਾਨੂੰ ਸਿਮਰਨ ਕਦੋਂ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਦਿਨ ਰਾਤ ਜਦੋਂ ਵੀ ਤੈਨੂੰ ਸਮਾਂ ਮਿਲਦਾ ਹੈ ਉਸ ਪਿਆਰੇ ਨੂੰ ਆਰਾਧਨਾ ਕਰ। ਹਿਰਦੇ ਤੋਂ ਸਿਮਰਨਾ ਹੁੰਦਾ ਜ਼ੁਬਾਨ ਨਾਲ, ਆਰਾਧਨਾ ਹਿਰਦੇ ਤੋਂ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਕਹਿੰਦੇ ਢਿੱਲ ਨਾ ਕਰ, ਅੱਖ ਪਲਕਣ ਜਿੰਨਾ ਸਮਾਂ ਇੰਨੀ ਵੀ ਢਿੱਲ ਨਾ ਕਰ। ਮਤ ਕਦੇ ਅਵੇਸਲਾ ਹੋ ਜਾਏ ਵੀ ਚੱਲ ਕੋਈ ਗੱਲ ਨਹੀਂ ਕੱਲ੍ਹ ਤੋਂ ਸ਼ੁਰੂ ਕਰ ਲਾਂਗੇ, ਅਤੇ ਕੱਲ੍ਹ ਕਰਦਿਆਂ ਕਾਲ ਆ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਢਿੱਲ ਨਾ ਵਰਤ ਇਹਦੇ ਵਿੱਚ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਆਪਣੇ ਮਾਨ ਨੂੰ, ਆਪਣੇ ਹੰਕਾਰ ਨੂੰ, ਹੱਠ ਨੂੰ ਤਿਆਗ ਕੇ, ਛੱਡ ਕੇ ਸਾਧ ਸੰਗਤ ਵਿੱਚ ਜਿਹੜੀ ਸੇਵਾ ਕਰਨੀ ਹੈ ਨਾ, ਕਹਿੰਦੇ ਉਹ ਪਾਤਸ਼ਾਹ ਕਹਿੰਦੇ ਭਾਵਨੀ ਲਾਈ ਹੈ। ਭਾਵਨੀ ਹੁੰਦੀ ਸ਼ਰਧਾ ਨਾਲ, ਪ੍ਰੇਮ ਨਾਲ ਕਰ ਸੇਵਾ। ਜਿਹੜਾ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਵਿਚਾਰ ਕਰਨੀ ਹੈ, ਸੇਵਾ ਕਰਨੀ, ਕਹਿੰਦੇ ਉਹਦੇ ਵਿੱਚ ਤੇਰੀ ਨਿਮਰਤਾ, ਸਹਿਜ, ਟਿਕਾਓ, ਸ਼ਰਧਾ ਇਹ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਦੋਨੇ ਚੀਜ਼ਾਂ, ਗਿਆਨ ਅਤੇ ਸ਼ਰਧਾ, ਇਹ ਇਕੱਠੀਆਂ ਚੱਲਦੀਆਂ ਨੇ। ਦੋਨਾਂ 'ਚੋਂ ਇੱਕ ਚੀਜ਼ ਰਹਿ ਜਾਏ ਨਾ, ਉਹਦੀ ਹਾਲਤ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪੰਛੀ ਦਾ ਇੱਕ ਪਰ ਟੁੱਟ ਜਾਏ। ਜੇ ਉਹਦਾ ਇੱਕ ਖੰਭ ਕੱਟ ਦਈਏ ਉੱਡ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਦੋਵੇਂ ਚੀਜ਼ਾਂ, ਇਹ ਸਾਡੇ ਦੋ ਖੰਭ ਨੇ। ਕੱਲਾ ਗਿਆਨ ਸ਼ਰਧਾ ਤੋਂ ਹੀਣਾ ਹੰਕਾਰੀ ਹੋ ਜਾਂਦਾ ਹੈ। ਕੱਲੀ ਸ਼ਰਧਾ ਗਿਆਨ ਤੋਂ ਹੀਣੀ ਅੰਧ ਵਿਸ਼ਵਾਸ ਬਣ ਜਾਂਦੀ। ਇਸ ਕਰਕੇ ਦੋਵੇਂ ਚੀਜ਼ਾਂ ਇਕੱਠੀਆਂ ਹੋਣਗੀਆਂ ਤਾਂ ਮਰ ਕਹਿੰਦੇ ਭਾਵਨੀ ਜਿਹੜੀ ਲਾਉਣੀ ਹੈ ਨਾਲ, ਭਾਵਨਾ ਮੀਨ ਸ਼ਰਧਾ ਨਾਲ, ਪ੍ਰੇਮ ਨਾਲ ਜਪਣਾ ਕਰ। ਸੰਗਤ ਵਿੱਚ ਆ ਕੇ ਆਪਣੇ ਹੱਠ ਨੂੰ ਛੱਡ ਕੇ, ਆਪਣੇ ਹੰਕਾਰ ਨੂੰ ਛੱਡ ਕੇ। ਹਾਂਜੀ। ਮੋਹਨ ਪ੍ਰਾਨ ਮਾਨ ਰੰਗੀਲਾ, ਮੋਹਨ ਪ੍ਰਾਨ ਰਮਾਨ ਰੰਗੀਲਾ। ਬਾਸ ਰਹਿਓ ਹੀਰੇ ਕੇ ਸੰਗੇ, ਬਾਸ ਰਹਿਓ ਹੀਰੇ ਕੈ ਸੰਗੇ। ਪੇਖ ਮੋਹਿਓ ਮਨ ਲੀਲਾ, ਪੇਖ ਮੋਹਿਓ ਮਨ ਲੀਲਾ। ਰਹਾਓ।
ਮੋਹਨ ਪ੍ਰਾਣ ਮਾਨ ਰੰਗੀਲਾ, ਬਾਸ ਰਹਿਓ ਹੀਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ। ਰਹਾਓ। ਕਿਉਂਕਿ ਮਹਾਰਾਜ ਨੇ ਗੱਲ ਕੀਤੀ ਆਰੰਭਤਾ ਕਿ ਦਿਨ ਰਾਤੀ ਆਰਾਧੋ ਪਿਆਰੋ। ਜਿਹੜੇ ਉਹਨੂੰ ਦਿਨ ਰਾਤ ਆਰਾਧਦੇ ਨੇ ਨਾ, ਸਿਮਰਦੇ ਨੇ, ਉਸ ਇਸ ਆਨੰਦ ਨੂੰ ਵੀ ਮਾਣਦੇ ਨੇ। ਫਿਰ ਮੋਹਨ ਪ੍ਰਾਣ ਮਾਨ ਰੰਗੀਲਾ, ਉਹ ਮੋਹਨ ਮਨ ਨੂੰ ਮੋਹ ਲੈਣ ਵਾਲਾ ਵਾਹਿਗੁਰੂ ਅਕਾਲ ਪੁਰਖ ਇਹ ਜੀਵਨ ਦਾ ਸ਼ਿੰਗਾਰ ਹੈ। ਕਹਿੰਦੇ ਸਾਡਾ ਵੇਖੋ ਚੋਜੀ ਹੈ, ਆਨੰਦ ਦੇਣ ਵਾਲਾ ਹੈ। ਉਹਦੀਆਂ ਇਹਨਾਂ ਖੇਡ ਤਮਾਸ਼ਿਆਂ ਨੂੰ ਵੇਖ ਕੇ ਬੰਦਾ ਆਨੰਦ ਲੈਂਦਾ ਹੈ ਇਸ ਕੁਦਰਤ ਦਾ, ਇਸ ਦੁਨੀਆ ਦਾ, ਜਿਹਨੂੰ ਮੈਂ ਕਹਿ ਦਿਆਂ ਕਿ ਥੋੜ੍ਹਾ ਜਿਹਾ ਦੁਨੀਆ ਤੋਂ ਪਿਛਾਂਹ ਹੋ ਕੇ ਜਦੋਂ ਉਹ ਦੁਨੀਆ ਨੂੰ ਵੇਖਣ ਲੱਗਦਾ ਹੈ, ਉਸ ਪਰਮਾਤਮਾ ਨਾਲ ਜੁੜ ਕੇ ਇਹ ਦੁਨੀਆ ਇੱਕ ਪਿਕਚਰ ਦੀ ਤਰ੍ਹਾਂ ਨਜ਼ਰ ਆਉਣ ਲੱਗ ਜਾਂਦੀ ਹੈ। ਇੱਕ ਡਰਾਮਾ ਜਿਹਾ ਹੋ ਰਿਹਾ, ਦੇਖ ਰਿਹਾ। ਜਿਸ ਤਰ੍ਹਾਂ ਆਪਾਂ ਪਿਕਚਰ ਵੇਖ ਕੇ ਖੁਸ਼ ਹੁੰਦੇ ਹਾਂ, ਉਸ ਤਰ੍ਹਾਂ ਹੀ ਉਹਦੇ ਵਿੱਚ ਹੀਰੋ ਵੀ ਹੈ, ਖਲਨਾਇਕ ਵੀ ਹੈ। ਦੋਵੇਂ ਚੀਜ਼ਾਂ ਨੂੰ ਕਈ ਵਾਰੀ ਆਪਾਂ ਖਲਨਾਇਕ ਨੂੰ ਵੀ ਪਿਆਰ ਕਰਦੇ ਹਾਂ, ਉਹਦੇ ਵਿੱਚ ਵੇਖਦੇ ਹਾਂ ਪਿਕਚਰ 'ਚ। ਫਿਰ ਇਹਦੇ ਵਿੱਚ ਕਈ ਵਾਰੀ ਜਿਨ੍ਹਾਂ ਨੂੰ ਲੋਕ ਮਾੜਾ ਕਹਿੰਦੇ ਨੇ, ਤੁਹਾਨੂੰ ਉਹਦੇ ਵਿੱਚ ਵੀ ਚੰਗਿਆਈਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ। ਉਸ ਪਰਮਾਤਮਾ ਦੇ ਜਦੋਂ ਇਸ ਚੋਜਾਂ ਨੂੰ ਵੇਖਦਾ ਤੇ ਬੰਦਾ ਕਹਿੰਦੇ ਬੜੇ ਆਨੰਦ ਨਾਲ ਇਹ ਸੰਸਾਰ 'ਚ ਪਹਿਲਾਂ ਦੁਖੀ ਸੀ, ਜਦੋਂ ਪਹਿਲਾਂ ਆਪ ਖੇਡ ਰਿਹਾ ਸੀ ਵਿੱਚ ਆਪ ਦੁਖੀ ਸੀ। ਕਹਿੰਦੇ ਹੁਣ ਵੇਖੋ, ਇਹ ਵੇਖੋ ਮੋਹਨ ਪ੍ਰਾਣ ਮਾਨ ਰੰਗੀਲਾ, ਬਾਸ ਰਹਿਓ ਹੀ ਰਹਿ ਕੇ ਸੰਗੇ। ਉਹ ਹੁਣ ਹਿਰਦੇ ਦੇ ਸੰਗ ਵਸਦਾ ਪਿਆ ਨਾਲ, ਹਮੇਸ਼ਾ ਅੰਗ ਸੰਗ। ਪੇਖ ਮੋਹਿਓ ਮਨ ਲੀਲਾ, ਇਸ ਮਨ ਦੀ ਲੀਲਾ ਨੂੰ ਵੇਖ ਕੇ ਕਹਿੰਦੇ ਮਨ ਮੋਹਿਆ ਗਿਆ। ਹੁਣ ਉਸ ਵਾਹਿਗੁਰੂ ਅਕਾਲ ਪੁਰਖ ਦੀ ਇਸ ਖੇਡ ਨੂੰ ਵੇਖ ਕੇ ਕਹਿੰਦੇ ਮਨ ਮੋਹਿਆ ਗਿਆ। ਪਹਿਲਾਂ ਮਨ ਮਾਇਆ ਦੇ ਚਰਿੱਤਰਾਂ ਨੂੰ ਵੇਖ ਕੇ ਮੋਹਿਆ ਜਾਂਦਾ ਸੀ, ਹੁਣ ਉਸ ਪਰਮਾਤਮਾ ਦੇ ਚਰਿੱਤਰਾਂ ਨੂੰ ਵੇਖ ਕੇ ਇਹ ਮਨ ਮੋਹਿਆ ਗਿਆ। ਹੁਣ ਹਾਂਜੀ। ਜਿਸ ਸਿਮਰਤ ਮਨ ਹੋਤ ਆਨੰਦਾ, ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ, ਉਤਰੈ ਮਨੋ ਜੰਗੀਲਾ। ਮਿਲਵੇ ਕੀ ਮਹਿਮਾ ਵਰਨ ਨ ਸਾਕੋ, ਕੀ ਮਹਿਮਾ ਵਰਨ ਨ ਸਾਕੋ। ਨਾਨਕ ਪਰੈ ਪਰੀਲਾ, ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ। ਜਿਹਦਾ ਨਾਮ ਲੈਣ ਨਾਲ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਤੇ ਅੰਦਰੋਂ ਮਨ ਦਾ ਜੰਗਾਲ ਲੈ ਗਿਆ। ਜਦੋਂ ਮਨ ਦਾ ਜੰਗਾਲ ਲੈ ਗਿਆ ਤੇ ਵਿੱਚੋਂ ਸਾਫ਼ ਨਿਕਲ ਆਇਆ, ਮਨ ਦੀ ਉਹ ਜੋਤ ਚਮਕ ਗਈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਜਦੋਂ ਇਹ ਪਾਪਾਂ ਨੇ ਜਨਮਾਂ ਜਮਾਂਤਰਾਂ ਦੀ ਮੈਲ ਲਈ, ਉੱਤੋਂ ਜੰਗਾਲ ਲੈ ਗਿਆ ਨਾ, ਜਦੋਂ ਸਾਫ਼ ਹੋਇਆ, ਉਦੋਂ ਪਤਾ ਲੱਗਿਆ ਕਿ ਮੈਂ ਕੌਣ। ਨਾਮ ਸਿਮਰਨ ਦੀ ਮਹਾਰਾਜ ਗੱਲ ਕਰਦੇ ਨੇ, ਜਿਹੜੇ ਨਾਮ ਸਿਮਰਦੇ ਨੇ ਜਦੋਂ, ਕਹਿੰਦੇ ਉਹ ਉਹਨਾਂ ਦਾ ਮਨ ਅੰਦਰੋਂ ਮੋਹਿਆ ਗਿਆ ਉਸ ਮਾਲਕ ਦੇ ਪਿਆਰੇ ਨਾਲ, ਤੇ ਨਾਮ ਦੇ ਜਪਣ ਨਾਲ ਇਹ ਮਨ ਦੀ ਜੰਗਾਲ ਲੈ ਗਈ। ਇਹ ਜਿਹੜੇ ਪਾਪ ਸਨ, ਵਿਕਾਰ ਸਨ, ਜਿਹੜੇ ਅੰਦਰ ਫਜ਼ੂਲ ਜਿਹੇ ਫੁਰਨੇ ਫੁਰੀ ਜਾਂਦੇ ਸਨ, ਉਹ ਸਾਰੇ ਖਤਮ ਹੋ ਗਏ, ਉਸੇ ਵੇਲੇ ਖਤਮ ਹੋ ਗਏ। ਮਿਲ ਬੇਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਤੇ ਮਹਾਰਾਜ ਨੇ ਅਖੀਰ ਵਿੱਚ ਇੱਕੋ ਗੱਲ ਆਖੀ ਹੈ ਕਿ ਮਿਲਣੇ ਕੀ ਮਹਿਮਾ ਵਰਨ ਨਾ ਸਾਕੋ। ਜਦੋਂ ਅਸੀਂ ਉਸ ਮਾਲਕ ਨੂੰ ਮਿਲੇ, ਉਹਦੀ ਇਸ ਵਡਿਆਈ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਬਸ ਅਸੀਂ ਤਾਂ ਇਹੀਓ ਕਹਿ ਸਕਦੇ ਹਾਂ ਕਿ ਪਰੇ ਤੋਂ ਪਰੇ ਹੈ ਜੀ, ਬਸ ਸਾਡੀ ਮੱਤ ਬੁੱਧ ਤੋਂ ਪਰੇ ਹੈ, ਇੰਨਾ ਹੀ ਕਹਿ ਸਕਦੇ ਹਾਂ, ਇਸ ਤੋਂ ਅੱਗੇ ਨਹੀਂ। ਕਿਉਂਕਿ ਜਿਹੜੇ ਜਾਣਦੇ ਤੇ ਮੌਜਾਂ ਮਾਣਦੇ ਨੇ, ਬਸ ਇਸ ਆਨੰਦ ਨੂੰ ਉਹ ਜਾਣਦੇ ਨੇ ਜਿਹੜੇ ਉਸ ਮਾਲਕ ਨਾਲ ਇੱਕ ਮਿੱਕ ਨੇ, ਜਿਹੜੇ ਉਸ ਮਾਲਕ ਨੂੰ ਮਿਲੇ ਨੇ, ਉਹ ਇਸ ਆਨੰਦ ਨੂੰ ਪ੍ਰਾਪਤ ਕਰਦੇ ਨੇ। ਤੇ ਬਸ ਉਹ ਇਸ ਤੋਂ ਬਾਅਦ ਨਹੀਂ ਕਹਿ ਸਕਦੇ ਕਿ ਭਾਈ ਉਹ ਤੇ ਪਰੇ ਤੋਂ ਪਰੇ ਹੈ। ਅਸੀਂ ਕੁਝ ਬਿਆਨ ਨਹੀਂ ਕਰ ਸਕਦੇ, ਕਿਉਂਕਿ ਜੇ ਅਸੀਂ ਕਵਾਂਗੇ ਤਾਂ ਸਾਨੂੰ ਲੱਗਦਾ ਕਿ ਅਸੀਂ ਕਹਿ ਨਾ ਸਕੇ, ਅਸੀਂ ਬਿਆਨ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਸਾਡੇ ਕੋਲ ਉਹ ਸ਼ਬਦ, ਉਹ ਸਾਡੇ ਕੋਲ ਕੰਪੈਰੀਜ਼ਨ ਕਿਸੇ ਚੀਜ਼ ਨਾਲ ਅਸੀਂ ਕਰ ਨਾ ਸਕੇ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਪਰੇ ਤੋਂ ਪਰੇ ਹੀ ਕਹਿ ਸਕਦੇ ਹਾਂ। ਹਾਂਜੀ।
ਗੂਜਰੀ ਮਹੱਲਾ ਪੰਜਵਾਂ। ਮੁਨ ਜੋਗੀ ਸ਼ਾਸਤ੍ਰਿਗ ਕਹਾਵਤ। ਜੋਗੀ ਸ਼ਾਸਤ੍ਰਗ ਕਹਾਵਤ। ਸਭ ਕੀਨੇ ਬਸ ਆਪਨਹੀ। ਸਭ ਕੀਨੇ ਵਸ ਆਪਣੇ। तीन देव और कोड़ तेतीसा। देव और कोड़ तेतीसा। तिनकी हैरत कछ न रही। तिनकी हैरत कछ न रही। ਗੂਜਰੀ ਮਹੱਲਾ ਪੰਜਵਾਂ। ਮਹਾਰਾਜ ਸਾਡੇ ਮਨ ਦੇ ਭਰਮਾਂ ਨੂੰ ਵੀ ਤੋੜੀ ਜਾਂਦੇ ਨੇ ਨਾਲ ਹੀ। ਵੇਖੋ ਸ਼ਬਦ ਦੀ ਜਿਹੜੀ ਮਰਿਆਦਾ ਹੈ, ਸ਼ਬਦ ਦੀ ਜਿਹੜੀ ਤਰਤੀਬ ਹੈ, ਉਹਦੇ ਮੁਤਾਬਕ ਸਾਨੂੰ ਸਮਝਾਈ ਜਾਂਦੇ ਨੇ। ਹੁਣ ਗੱਲ ਇਹ ਕਿ ਜਿਹੜੇ ਉਹਦੇ ਨਾਮ ਨੂੰ ਸਿਮਰਦੇ ਨੇ, ਧਿਆਉਂਦੇ ਨੇ, ਯਾਦ ਕਰਦੇ ਨੇ, ਉਹਦੀ ਮਹਿਮਾ ਨੂੰ ਕੋਈ ਵਰਣਨ ਨਹੀਂ ਕਰ ਸਕਿਆ, ਨਾ ਕੋਈ ਜਾਣ ਸਕਿਆ, ਨਾ ਕੋਈ ਦੱਸ ਸਕਿਆ। ਪਰ ਦੂਜੇ ਪਾਸੇ ਲੋਕਾਂ ਨੇ, ਚਲਾਕ ਲੋਕਾਂ ਨੇ ਇਹਨਾਂ ਚੀਜ਼ਾਂ ਦਾ ਬੜਾ ਫਾਇਦਾ ਉਠਾਇਆ। ਫਿਰ ਇੰਨਾ ਫਾਇਦਾ ਉਠਾਇਆ ਕਿ ਉਹ ਨਾਮ ਵਾਲੇ ਰਸਤੇ ਨੂੰ ਛੱਡ ਕੇ ਮਾਇਆ ਦੇ ਪਿੱਛੇ ਤੁਰ ਪਏ। ਬਸ ਪੈਸਾ ਬੜਾ ਇਕੱਠਾ ਕੀਤਾ, ਧਰਮ ਦੇ ਨਾਂ 'ਤੇ ਬਹੁਤ ਪੈਸਾ ਇਕੱਠਾ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਅਰਬਾਂ ਰੁਪਈਆ ਧਰਮ ਦੇ ਨਾਂ 'ਤੇ ਪਿਆ, ਲੱਗਦਾ ਨਹੀਂ ਕਿਤੇ। ਅਰਬਾਂ ਦੇ ਨਾਂ 'ਤੇ, ਧਰਮ ਦੇ ਨਾਂ ਉੱਤੇ ਸਭ ਤੋਂ ਜ਼ਿਆਦਾ ਖੂਨ ਡੁੱਲਿਆ। ਬਣਿਆ ਧਰਮ ਹੋਰ ਵਾਸਤੇ ਸੀ, ਧਰਮ ਸਾਡੀ ਮਰਿਆਦਾ ਸੀ, ਧਰਮ ਸਾਡਾ ਜੀਵਨ ਸੀ, ਪਰ ਚਲਾਕ ਲੋਕਾਂ ਨੇ ਇਹਨੂੰ ਉਲਟਾ ਦਿੱਤਾ ਸਾਰਾ ਕੁਝ। ਆਪਾਂ ਪੜ੍ਹਦੇ ਹਾਂ ਨਾ ਕਿ ਸਾਇੰਸ ਦੇ ਲਾਭ ਹਾਨ, ਛੋਟੇ ਹੁੰਦੇ ਪੜ੍ਹਿਆ ਕਰਦੇ ਸੀ ਕਿ ਬਿਜਲੀ ਦੇ ਕੀ ਲਾਭ ਨੇ ਅਤੇ ਕੀ ਹਾਨੀਆਂ ਨੇ। ਹਾਨੀਆਂ ਕੀ ਨੇ? ਹਾਨੀਆਂ ਅਸੀਂ ਆਪ ਪੈਦਾ ਕੀਤੀਆਂ ਨੇ। ਵੈਸੇ ਤਾਂ ਲਾਭ ਵਾਸਤੇ ਬਣਾਈ ਸੀ ਸਾਡੇ, ਪਰ ਹਾਨੀਆਂ ਪੈਦਾ ਕਰ ਲਈਆਂ। ਬਣਿਆ ਤੇ ਧਰਮ ਸਾਡੇ ਵਾਸਤੇ ਬਣਾਇਆ ਗਿਆ ਸੀ, ਪਰ ਅਸੀਂ ਧਰਮ ਨੂੰ ਇੱਕ ਦਿਖਾਵਾ ਤੇ ਉੱਪਰਲਾ ਹਿੱਸਾ ਕੁਝ ਹੋਰ, ਅੰਦਰੋਂ ਕੁਝ ਹੋਰ ਕਰ ਲਿਆ। ਇੱਥੇ ਹੁਣ ਮਹਾਰਾਜ ਮਾਇਆ ਦਾ ਪ੍ਰਭਾਵ ਦਿਖਾਉਂਦੇ ਨੇ। ਗੂਜਰੀ ਮਹੱਲਾ ਪੰਜਵਾਂ। ਮੁਨ ਜੋਗੀ ਸ਼ਾਸਤ੍ਰ ਕਹਾਵਤ। ਸਭ ਕੀਨੇ ਬਸ ਆਪਨਹੀ। ਮੁਨ ਜੋਗੀ ਕਹਿੰਦੇ ਮੁਨੀ, ਰਿਸ਼ੀ ਮੁਨੀ, ਮੋਨੀ, ਚੁੱਪ ਰਹਿਣ ਵਾਲੇ, ਜੋਗੀ, ਯੋਗ ਧਾਰਨ ਕੀਤੀ ਹੋਈ, ਸ਼ਾਸਤਰਗ, ਚੰਗੇ ਚੰਗੇ ਸਾਰੇ ਸ਼ਾਸਤਰਾਂ ਦਾ ਗਿਆਤਾ। ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸਾਰੇ ਸ਼ਾਸਤਰ ਪੜ੍ਹੇ ਨੇ, ਅਸੀਂ ਉਹ ਵੀ ਪੜ੍ਹਿਆ, ਅਸੀਂ ਉਹ ਵੀ ਪੜ੍ਹਿਆ। ਸਭ ਕੀਨੇ ਬਸ ਆਪਨਹੀ ਕਹਿੰਦੇ ਇਸ ਮਾਇਆ ਨੇ ਸਭ ਨੂੰ ਆਪਣੇ ਵੱਸ ਵਿੱਚ ਕੀਤਾ ਹੈ। ਤੀਨ ਦੇਵ ਅਰ ਕੋਟ ਤੇਤੀਸਾ। ਤਿਨ ਕੀ ਹੈਰਤ ਕਛ ਨਾ ਰਹੀ। ਤਿੰਨੇ ਦੇਵਤੇ ਬਰਮਾ, ਵਿਸ਼ਨ, ਮਹੇਸ਼ ਤੇ 33 ਕਰੋੜ ਦੇਵਤਾ ਇਸ ਮਾਇਆ ਦੀ ਹੈਰਾਨਗੀ ਤੋਂ, ਇਸ ਮਾਇਆ ਦੇ ਅੱਗੇ ਕਹਿੰਦੇ ਉਹਨਾਂ ਦੀ ਵੀ ਕੋਈ ਹੱਦ ਨਾ ਰਹੀ। ਇਹਨਾਂ ਮਾਇਆ ਨੇ ਉਹਨਾਂ ਨੂੰ ਵੀ ਚੱਕਰਾਂ 'ਚ ਪਾਇਆ ਸਭ ਨੂੰ। ਹਾਂਜੀ। बलवंत व्याप रही सब मही। व्याप रही सब मही। आवर न जानस को मर्मा। आवर न जानस को मर्मा। गुर कृपा ते लही। गुर कृपा ते लही। रहाओ ਬਲਵੰਤ ਵਿਆਪ ਰਹੀ ਸਭ ਮਹੀ। ਕਹਿੰਦੇ ਬਲਵੰਤ, ਬਲਵਾਨ ਹੋ ਕੇ ਇਹ ਸਾਰਿਆਂ ਵਿੱਚ ਵਿਆਪਤ ਹੋਈ ਹੋਈ ਹੈ। ਇਸ ਮਾਇਆ ਨੇ ਬਲਵਾਨ ਹੋ ਕੇ ਸਭ ਨੂੰ ਫੜਿਆ ਹੋਇਆ ਪੂਰੀ ਤਰ੍ਹਾਂ। ਅਵਰ ਨਾ ਜਾਣ ਸਕੋ ਮਰਮਾ। ਗੁਰ ਕਿਰਪਾ ਤੇ ਲਹੀ। ਰਹਾਉ ਦੀ ਇਸ ਪੰਕਤੀ ਵਿੱਚ ਮਹਾਰਾਜ ਕਹਿੰਦੇ ਭਾਈ ਹੋਰ ਇਹਦਾ ਕੋਈ ਭੇਦ ਨਹੀਂ ਜਾਣ ਸਕਿਆ ਇਸ ਮਾਇਆ ਦਾ, ਕਿਉਂਕਿ ਹਰ ਚੀਜ਼ ਦਾ ਗੁਰ ਹੈ। ਗੁਰ ਮੀਨ ਨੌਲੇਜ, ਗਿਆਨ, ਗੁਰੂ ਵੱਲੋਂ ਬਖਸ਼ਿਆ ਹੋਇਆ ਗਿਆਨ। ਆਪਾਂ ਵੇਖਦੇ ਹਾਂ ਕਿ ਹਰ ਚੀਜ਼ ਦਾ ਇੱਕ ਤਰੀਕਾ ਹੈ ਉਹਨੂੰ ਜੇ ਕਾਬੂ ਵਿੱਚ ਕਰਨਾ ਹੈ। ਮਨੁੱਖ ਨੇ ਹਰ ਤਰੀਕੇ ਨੂੰ ਵੇਖਿਆ। ਘੋੜਾ ਲਗਾਮ ਨਾਲ ਕਾਬੂ ਆਉਂਦਾ ਹੈ, ਮਨ ਗੁਰੂ ਦੇ ਸ਼ਬਦ ਨਾਲ ਕਾਬੂ ਆਉਂਦਾ ਹੈ, ਹਾਥੀ ਅੰਕੁਸ਼ ਨਾਲ ਕਾਬੂ ਆਉਂਦਾ ਹੈ। ਇਹ ਮਾਇਆ ਗੁਰੂ ਦੇ ਗਿਆਨ ਨਾਲ, ਨੌਲੇਜ ਨਾਲ, ਜਿਉਂ-ਜਿਉਂ ਉਹਨੂੰ ਪਤਾ ਲੱਗਿਆ, ਸਮਝ ਆ ਗਈ ਇਹ ਮਾਇਆ ਜਿਹੜੀ ਹੈ ਨਾ
ਸਾਨੂੰ ਪ੍ਰਮਾਤਮਾ ਤੋਂ ਵਿਛੋੜਦੀ। ਤੀਜੇ ਪਾਤਸ਼ਾਹ ਮਹਾਰਾਜ ਨੇ ਮਾਇਆ ਦੀ ਡੈਫੀਨੇਸ਼ਨ, ਮਾਇਆ ਦੀ ਪਰਿਭਾਸ਼ਾ ਬੜੇ ਸਰਲ ਸਪਸ਼ਟ ਜਿਹੇ ਸ਼ਬਦਾਂ ਵਿੱਚ ਸਾਨੂੰ ਦਿੱਤੀ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਮਾਇਆ ਹੈ, ਇਹ ਮਾਇਆ ਜਿਤ ਹਰ ਵਿਸਰੈ, ਜਿਹਦੇ ਨਾਲ ਸਾਨੂੰ ਪ੍ਰਮਾਤਮਾ ਵਿਸਰ ਜਾਏ। ਉਹ ਚਾਹੇ ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਹੈ, ਚਾਹੇ ਸਾਡਾ ਸਰੀਰ ਹੈ, ਚਾਹੇ ਸਾਡਾ ਕਿਤਾਬੀ ਗਿਆਨ ਹੈ। ਕਈ ਵਾਰੀ ਸਾਨੂੰ ਉਹਦਾ ਵੀ ਹੰਕਾਰ ਹੋ ਜਾਂਦਾ, ਕਿਉਂਕਿ ਜਿੱਥੇ ਹੰਕਾਰ ਖੜਾ ਹੋ ਗਿਆ, ਹਉਮੈ ਉਪਜ ਗਈ, ਉੱਥੇ ਮਾਇਆ ਦਾ ਵਰਤਾਰਾ ਵਰਤ ਗਿਆ। ਹਰਜੂ ਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵੈ। ਪਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ। ਇਸ ਕਰਕੇ ਗੁਰੂ ਕੋਲੋਂ ਇਹ ਗੱਲ ਸਮਝ ਆ ਗਈ ਤੇ ਮਹਾਰਾਜ ਕਹਿੰਦੇ ਗੁਰ ਕਿਰਪਾ ਤੇ ਲਹੀ, ਤੇ ਗੁਰੂ ਦੀ ਕਿਰਪਾ ਨਾਲ ਇਹਨੂੰ ਬੁੱਝ ਲਿਆ, ਇਹਨੂੰ ਸਮਝ ਲਿਆ, ਇਹਨੂੰ ਜਾਣ ਲਿਆ। ਹਾਂਜੀ। ਜੀਤ ਜੀਤ ਜੀਤੇ ਸਭ ਥਾਨਾ, ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ, ਸਗਲ ਭਵਨ ਲਪਟਹੀ। ਕਹੋ ਨਾਨਕ ਸਾਧ ਤੇ ਭਾਗੀ, ਕਹੋ ਨਾਨਕ ਸਾਧ ਤੇ ਭਾਗੀ। ਹੋਏ ਚੇਰੀ ਚਰਨ ਗਹੀ, ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ। ਕਹਿੰਦੇ ਵੇਖੋ ਇਸ ਮਾਇਆ ਨੇ ਸਾਰੇ ਥਾਂ ਜਿੱਤੇ ਨੇ, ਕੋਈ ਥਾਂ ਐਸਾ ਨਹੀਂ ਜਿਹੜਾ ਨਹੀਂ ਜਿੱਤਿਆ। ਸਾਰੇ ਘਰਾਂ ਵਿੱਚ ਇਹਨੇ ਜਿੱਤ ਪ੍ਰਾਪਤ ਕੀਤੀ। ਕਹੋ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ। ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਹੋ ਨਾਨਕ ਸਾਧ ਤੇ ਭਾਗੀ। ਇੱਥੇ ਸਾਧ ਇਹ ਨਹੀਂ ਜਿਹੜਾ ਘਰੋਂ ਭੱਜਿਆ ਹੋਇਆ, ਸਾਧ ਜਿਹਨੇ ਸਾਧਨਾ ਕੀਤੀ, ਗੁਰੂ ਸਤਿਗੁਰੂ ਸੱਚ ਦਾ ਗਿਆਨ ਜਾਣਨ ਵਾਲਾ, ਜਿਹੜਾ ਇਹਨੂੰ ਸਮਝ ਗਿਆ, ਜਿਹੜਾ ਇਹਨੂੰ ਜਾਣ ਗਿਆ ਕਿ ਇਹਨੂੰ ਪਟਾਰੀ 'ਚ ਕਿਵੇਂ ਪਾਉਣਾ ਹੈ, ਇਹਨੂੰ ਬੰਦ ਕਿਵੇਂ ਕਰਨਾ ਹੈ, ਇਹ ਤੋਂ ਕਿਵੇਂ ਬਚਣਾ ਹੈ, ਉਹ ਸਮਝ ਗਿਆ ਇਸ ਗੱਲ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਹੋਏ ਚੇਰੀ ਚਰਨ ਗਹੀ। ਉਹਨਾਂ ਦੇ ਚਰਨ ਪਕੜ ਲਏ, ਉਹਨਾਂ ਦੀ ਚੇਲੀ ਹੋ ਗਈ। ਤੇ ਨਹੀਂ ਦੁਨੀਆ ਸਾਰੀ ਇਹਦੀ ਚੇਲੀ ਹੈ, ਸਾਰਿਆਂ ਨੂੰ ਦਾਸ ਬਣਾਇਆ ਇਹਨੇ। ਤੇ ਮਹਾਰਾਜ ਕਹਿੰਦੇ ਨਹੀਂ, ਮਾਇਆ ਫਿਰ ਉਹਨਾਂ ਦੀ ਦਾਸੀ ਹੋ ਗਈ। ਉਹਨਾਂ ਅੰਦਰ ਇਹ ਹਉਮੈ ਪ੍ਰਗਟ ਨਹੀਂ ਹੁੰਦੀ, ਉਹ ਇਸ ਮਾਇਆ ਨੂੰ ਆਪਣੇ ਨੇੜੇ ਨਹੀਂ ਟੁਕਣ ਦਿੰਦੇ। ਇਸ ਹਉਮੈ ਨੂੰ, ਇਸ ਹੰਕਾਰ ਨੂੰ, ਈਰਖਾ ਨੂੰ, ਇਹ ਮਾਇਆ ਜਿਹੜੀ ਹੈ ਇਹਨਾਂ 'ਚ ਪ੍ਰਗਟ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਚਰਨ ਪਕੜ ਲਏ, ਭਾਵ ਨੀਵੇਂ ਉਹਨਾਂ ਦੇ ਚਰਨਾਂ 'ਚ ਆ ਗਈ। ਹੁਣ ਉਹਨਾਂ ਨੂੰ ਸਿਰ 'ਤੇ ਨਹੀਂ ਚੜ੍ਹਦੀ, ਦਿਮਾਗ 'ਚ ਨਹੀਂ ਜਾਂਦੀ, ਭਾਵ ਭੈੜੀਆਂ ਬਿਰਤੀਆਂ ਜਿੰਨੀਆਂ ਵੀ ਨੇ ਉਹਨਾਂ 'ਤੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਕਾਬੂ ਪਾ ਲਿਆ। ਇਹ ਤਰੀਕਾ ਹੈ ਇਸ ਮਾਇਆ ਤੋਂ ਬਚਣ ਦਾ। ਹਾਂਜੀ। ਗੂਜਰੀ ਮਹੱਲਾ ਪੰਜਵਾਂ, ਦੋਏ ਕਰ ਜੋੜ ਕਰੀ ਬੇਨੰਤੀ, ਦੋਏ ਕਰ ਜੋੜ ਕਰੀ ਬੇਨੰਤੀ। ਠਾਕੁਰ ਆਪਣਾ ਧਿਆਇਆ, ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ ਸਗਲਾ, ਰਾਤ ਦੇ ਰਾਖੇ ਪਰਮੇਸ਼ਰ, ਹਾਥ ਦੇ ਰਾਖੇ ਪਰਮੇਸ਼ਰ, ਹਾਥ ਦੇ ਰਾਖੇ ਪਰਮੇਸ਼ਰ। ਸਗਲਾ ਦੁਰਤ ਮਿਟਾਇਆ, ਗੂਜਰੀ ਮਹੱਲਾ ਪੰਜਵਾਂ। ਦੋਏ ਕਰ ਜੋੜ ਕਰੀ ਬੇਨੰਤੀ, ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ। ਮਹਾਰਾਜ ਕਹਿੰਦੇ ਫਿਰ ਇਸ ਮਾਇਆ ਤੋਂ ਬਚਣ ਦਾ ਤਰੀਕਾ ਕੀ ਹੈ? ਗੁਰੂ ਸਾਨੂੰ ਕਿਵੇਂ ਮਿਲ ਸਕਦਾ ਹੈ? ਗੁਰੂ ਦਾ ਗਿਆਨ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ? ਵੇਖੋ ਤਰਤੀਬਵਾਰ ਸ਼ਬਦ ਆ ਰਹੇ ਨੇ ਸਾਰੇ, ਕਿਉਂਕਿ ਜੋ ਸਾਡੇ ਮਨਾਂ 'ਚ ਸਵਾਲ ਉੱਠਦੇ ਨੇ ਮਹਾਰਾਜ ਉਸ ਨੂੰ ਉਸੇ ਤਰ੍ਹਾਂ ਇੱਕ ਲਿਖੀ ਜਾਂਦੇ ਨੇ ਅੱਗੇ ਨਾਲ। ਇਹ ਬਾਣੀ ਜਿਹੜੀ ਹੈ ਸਾਡੇ ਹਰ ਮਸਲੇ ਦਾ ਹੱਲ ਦਿੰਦੀ ਸਾਨੂੰ। ਤੇ ਮਹਾਰਾਜ ਇੱਕੋ ਗੱਲ ਕਹਿੰਦੇ ਨੇ ਪੰਚਮ ਪਾਤਸ਼ਾਹ, ਦੋਏ ਕਰ ਜੋੜ ਕਰੀ ਬੇਨੰਤੀ, ਠਾਕੁਰ ਆਪਣਾ ਧਿਆਇਆ। ਹੱਥ ਜੋੜ ਕੇ, ਹੱਥ ਜੋੜਨ ਤੋਂ ਭਾਵ ਹੁੰਦਾ ਸ਼ਰਧਾ ਨਾਲ, ਪ੍ਰੇਮ ਨਾਲ। ਜਦੋਂ ਅਸੀਂ ਨਿਮਰਤਾ ਨਾਲ ਉਸ ਮਾਲਕ ਅੱਗੇ ਬੇਨਤੀ ਕੀਤੀ, ਉਸ ਪ੍ਰਭੂ ਨੂੰ ਹਿਰਦੇ ਤੋਂ ਧਿਆਇਆ, ਯਾਦ ਕੀਤਾ, ਹਾਥ ਦੇ ਰਾਖੇ ਪਰਮੇਸ਼ਰ,
ਸਗਲਾ ਦੁਰਤ ਮਿਟਾਇਆ। ਉਸ ਪਰਮੇਸ਼ਰ ਨੇ ਆਪ ਹੱਥ ਦੇ ਕੇ ਰੱਖ ਲਿਆ। ਸਾਡੇ ਅੰਦਰ ਜਿਹੜੇ ਪਾਪ ਪਨਪ ਰਹੇ ਸਨ ਨਾ, ਬੁਰੇ ਖਿਆਲ, ਭੈੜੇ ਖਿਆਲ, ਕਹਿੰਦੇ ਸਾਰੇ ਮਿਟ ਗਏ। ਸਾਰੇ ਚੀਜ਼ਾਂ ਅੰਦਰੋਂ ਖਤਮ ਹੋ ਗਈਆਂ। ਵਾਧੂ ਦਾ ਚੁੱਕਿਆ ਹੋਇਆ ਬੋਝ ਸ਼ਾਂਤ ਹੋ ਗਿਆ। ਆਪਾਂ ਜਦੋਂ ਅਰਦਾਸ ਕਰਦੇ ਹਾਂ, ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਦੋਂ ਅਸੀਂ ਅੰਦਰੋਂ ਹਿਰਦੇ ਤੋਂ ਖੜੋ ਕੇ ਅਰਦਾਸ ਕਰੀਏ, ਭਾਵੇਂ ਕਿੱਥੇ ਬਹਿ ਕੇ ਕਰ ਲਈਏ, ਉਸ ਤੋਂ ਬਾਅਦ ਮਨ ਸ਼ਾਂਤ ਹੋ ਜਾਂਦਾ ਹੈ, ਮਨ ਵਿੱਚ ਟਿਕਾ ਆ ਜਾਂਦਾ ਹੈ, ਮਨ ਆਨੰਦਦਾਇਕ ਹੋ ਜਾਂਦਾ ਹੈ। ਉਦੋਂ ਇਹ ਸਮਝੋ ਕਿ ਗੁਰੂ ਨੇ ਸਾਡੇ ਸਿਰ 'ਤੇ ਹੱਥ ਰੱਖ ਲਿਆ। ਉਦੋਂ ਬਖਸ਼ਿਸ਼ ਹੋਈ ਹੈ ਕਿ ਇਹ ਮਨ ਅੰਦਰ ਇੱਕ ਟਿਕਾਓ ਵੱਜਿਆ, ਮਨ ਅੰਦਰ ਇੱਕ ਸ਼ਾਂਤੀ ਆਈ ਹੈ। ਹਾਂਜੀ। ਠਾਕੁਰ ਹੋਏ ਆਪ ਦਇਆਲ, ਭਈ ਕਲਿਆਣ ਆਨੰਦ ਰੂਪ ਹੁਈ ਹੈ। ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ, ਰਹਾਉ। ਠਾਕੁਰ ਹੋਏ ਆਪ ਦਇਆਲ, ਭਈ ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ। ਰਹਾਉ। ਰਹਾਉ ਦੀ ਪੰਕਤੀ ਚ ਮਗਨ ਉਸ ਠਾਕਰ, ਉਹ ਪ੍ਰਭੂ, ਸਾਰੀ ਸ੍ਰਿਸ਼ਟੀ ਦਾ ਮਾਲਕ, ਕਹਿੰਦੇ ਆਪ ਦਿਆਲ ਹੋਇਆ, ਦਇਆ ਦੇ ਘਰ ਵਿੱਚ ਆਇਆ। ਭਈ ਕਲਿਆਣ, ਹੁਣ ਬਾਰੇ ਕਹਿੰਦੇ ਸਾਰੇ ਪਾਸੇ ਖੈਰੀਅਤ, ਖੁਸ਼ੀ, ਆਨੰਦ, ਖੇੜਾ, ਆਨੰਦ ਰੂਪ ਹੋਈ ਹੈ। ਅੰਦਰ ਖੁਸ਼ੀ ਖੁਸ਼ੀ ਹੈ, ਆਨੰਦ ਹੀ ਆਨੰਦ ਹੈ। ਜਿਹਨੂੰ ਮਾਰ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਉਹ ਖੁਸ਼ੀਆਂ, ਉਹ ਆਨੰਦ। ਉਬਰੇ ਬਾਲ ਗੋਪਾਲ, ਤੇਰੇ ਬੱਚੇ, ਤੇਰੇ ਬਾਲ ਗੋਪਾਲ, ਕਹਿੰਦੇ ਜਿਸ ਤਰ੍ਹਾਂ ਮਾਂ ਦੀ ਗੋਦ ਵਿੱਚ ਬਹਿ ਕੇ ਖੁਸ਼ੀਆਂ ਮਾਣਦੇ ਨੇ, ਕਹਿੰਦੇ ਇਸ ਤਰ੍ਹਾਂ ਇਸ ਸੰਸਾਰ ਸਾਗਰ ਤੋਂ ਤਰ ਗਏ ਤੇਰੇ ਬੱਚੇ, ਜਿਨ੍ਹਾਂ ਨੇ ਤੇਰੇ ਅੱਗੇ ਅਰਦਾਸ ਕੀਤੀ ਖਲੋ ਕੇ, ਜਿਹੜੇ ਤੈਨੂੰ ਧਿਆਉਂਦੇ ਨੇ, ਤੈਨੂੰ ਯਾਦ ਕਰਦੇ ਨੇ। ਜਦੋਂ ਤੂੰ ਦਇਆ ਦੇ ਘਰ ਵਿੱਚ ਆਇਆ, ਕਹਿੰਦੇ ਇਸ ਸੰਸਾਰ ਸਾਗਰ ਤੋਂ ਉਭਾਰ ਲਿਆ। ਹੁਣ ਉਹਨਾਂ ਅੰਦਰ ਖੁਸ਼ੀ ਹੈ, ਆਨੰਦ ਹੈ, ਖੇੜਾ ਹੈ। ਹਾਂਜੀ। ਮਿਲ ਵਰ ਨਾਰੀ ਮੰਗਲ ਗਾਇਆ, ਮਿਲ ਵਰ ਨਾਰੀ ਮੰਗਲ ਗਾਇਆ। ਠਾਕੁਰ ਕਾ ਜੈਕਾਰ, ਠਾਕੁਰ ਕਾ ਜੈਕਾਰ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ, ਮਿਲ ਵਰ ਨਾਰੀ ਮੰਗਲ ਗਾਇਆ, ਠਾਕੁਰ ਕਾ ਜੈਕਾਰ। ਮਰ ਕਹਿੰਦੇ ਮਿਲ ਵਰ ਨਾਰੀ, ਵਰ ਉਸ ਪਤੀ ਨਾਲ, ਉਸ ਮਾਲਕ ਨਾਲ ਜੁੜ ਕੇ, ਮਿਲ ਕੇ, ਬੈਠ ਕੇ, ਇਹ ਸਾਡੀਆਂ ਗਿਆਨ ਇੰਦਰੀਆਂ ਕਹਿੰਦੇ ਹੁਣ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੀਆਂ ਨੇ, ਇੱਕ ਮਿੱਕ ਹੋ ਗਈਆਂ। ਤੇ ਕੀ ਜੈ ਉਸ ਮਾਲਕ ਦੀ ਜੈ ਜੈਕਾਰ ਹੈ, ਫਤਿਹ ਦੀ ਗੱਲ ਕਰਦੀਆਂ ਨੇ। ਕਿਉਂਕਿ ਜੋ ਕੁਝ ਵੀ ਅਸੀਂ ਪ੍ਰਾਪਤ ਕੀਤਾ ਇਹਨਾਂ ਗਿਆਨ ਇੰਦਰੀਆਂ ਨੇ, ਉਸ ਮਾਲਕ ਦੀ ਦਇਆ ਨਾਲ, ਉਸ ਮਾਲਕ ਦੀ ਸਹਾਇਤਾ ਨਾਲ, ਇਸ ਕਰਕੇ ਜਸ ਉਹਦਾ ਕਰਦੀਆਂ ਨੇ, ਉਹਦਾ ਗਾਇਨ ਕਰਦੀਆਂ ਨੇ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਨ ਸਭ ਕਾ ਕੀਆ ਉਧਾਰ। ਤੇ ਪੰਚਮ ਪਾਤਸ਼ਾਹ ਮਾਲਕ ਨੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਨਾ, ਸਦਕੇ ਜਾਨਾ, ਜਿਹਨੇ ਸਾਰਿਆਂ ਦਾ ਉਧਾਰ ਕਰ ਦਿੱਤਾ। ਇਸ ਤਨ ਦਾ, ਗਿਆਨ ਇੰਦਰੀਆਂ ਦਾ, ਇਸ ਮਨ ਦਾ, ਇਸ ਆਤਮਾ ਦਾ, ਸਭ ਦਾ ਇਕੱਠਾ ਹੋ ਗਿਆ। ਸਭ ਦਾ ਮਤਲਬ ਸਾਰੇ ਜੋ ਸਾਡੇ ਸਰੀਰ ਅੰਦਰ ਵਰਤਦਾ ਵਰਤਾਰਾ, ਇਹਨਾਂ ਸਾਰਿਆਂ ਦਾ ਹੀ ਉਧਾਰ ਉਸ ਮਾਲਕ ਨੇ ਕਰ ਦਿੱਤਾ। ਇਹਦਾ ਸਿਹਰਾ ਜਿਹੜਾ ਹੈ ਉਹ ਆ ਸਾਡੇ ਗੁਰੂ ਨੂੰ ਜਾਂਦਾ ਹੈ। ਤੇ ਪੰਚਮ ਪਾਤਸ਼ਾਹ ਮਾਲਕ ਨੇ, ਮੈਂ ਆਪਣੇ ਗੁਰੂ ਤੋਂ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਉਸ ਗੁਰੂ ਤੋਂ ਬਲਿਹਾਰ ਜਾਨਾ, ਸਦਕੇ ਜਾਨਾ, ਜਿਹਨੇ ਸਾਨੂੰ ਇਹ ਸਿੱਖਿਆ ਦਿੱਤੀ। ਬਾਣੀ ਨਾਲ ਜੁੜੇ, ਬਾਣੀ ਨਾਲ ਜੁੜ ਕੇ ਅਸੀਂ ਪ੍ਰਭੂ ਨੂੰ ਧਿਆਇਆ, ਸਿਮਰਿਆ, ਯਾਦ ਕੀਤਾ, ਤੇ ਉਸ ਪ੍ਰਭੂ ਨੇ ਦਇਆ ਕਰਕੇ ਸਾਡੇ 'ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਆਪਣੇ ਗਲ ਨਾਲ ਲਾਇਆ। ਇਹਦਾ ਸਿਹਰਾ ਸਾਡੇ ਗੁਰੂ ਨੂੰ ਜਾਂਦਾ ਹੈ, ਜਿਹਨੇ ਸਾਨੂੰ ਸਿੱਖਿਆ ਦਿੱਤੀ ਤੇ ਸਾਨੂੰ ਉਸ ਮਾਲਕ ਨਾਲ ਜੋੜਿਆ। ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ मेरे राम
हम बारक हर प्रभ के हैं ए आणे। हम बारक हर प्रभ के हैं ए आणे ए आणे। हम बारक हर प्रभ के हैं ए आणे।